बहुत चर्चा चेहरा रहे आ रविंदर सिंह मलक, ਉਹਨਾਂ ਦਾ ਕਤਲ ਕਨਿਸ਼ਕ ਕਾਂਡ ਦਾ ਇੱਕ ਇਦਾਂ ਦਾ ਵਾਪਰਨਾ, ਦਰਦਨਾਕ ਘਟਨਾ ਦਾ ਵਾਪਰਨਾ ਕੋਈ ਅਹਿਮ ਸਾਜ਼ਿਸ਼ ਤੋਂ ਘੱਟ ਨਹੀਂ ਸੀਗਾ। ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਛਪਾਈ ਦੇ ਮਾਮਲੇ ਦੇ ਵਿੱਚ ਵੀ ਰਵਿੰਦਰ ਸਿੰਘ ਮਲਕ ਦਾ ਨਾਂ ਆਇਆ ਸੀਗਾ। ਰਵਿੰਦਰ ਸਿੰਘ ਮਲਕ ਹੋਣਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਦੀ ਸਿਫਤ ਕਰਨੀ, ਇੱਕ ਰੀਸੈਂਟ ਲੈਟਰ ਜਿਹੜਾ ਹੈਗਾ ਉਹਦੀ ਵੀ ਗੱਲ ਕੀਤੀ ਜਾ ਰਹੀ ਆ। ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾ ਦਾ ਵਿਰੋਧ ਜਿਹੜਾ ਉਹ ਗਲਤ ਪੱਧਰ ਤੇ ਕਰ ਰਹੇ ਹੈਗੇ। ਭਾਰਤ ਦਾ ਇੱਕ ਹਿੱਸਾ ਜਿਹੜਾ ਹੈਗਾ ਵੱਡਾ, ਉਹ ਇਸ ਨੂੰ ਇੱਕ ਕੈਟਾਗਰੀ ਦੇ ਵਿੱਚ ਦਰਸਾਉਣਾ ਚਾਹ ਰਿਹਾ ਹੈਗਾ। ਇਹ ਵੱਡੀ ਘਟਨਾ ਦੇ ਨਾਲ ਜੁੜੇ ਰਹਿਣ ਦੇ ਵਾਲੇ ਬੰਦੇ ਨੂੰ ਕਲੀਨ ਚਿੱਟ ਦੇ ਕੇ ਇੰਡੀਆ ਦੀਆਂ ਐਂਟਰੀਆਂ ਹੋਣੀਆਂ ਕਈ ਸਵਾਲ ਖੜੇ ਕਰਦੀਆਂ ਹੈਗੀਆਂ। ਮਹਾਤਮਾ ਗਾਂਧੀ ਦੇ ਬੁੱਤ ਦੇ ਉੱਪਰ ਕੁਝ ਇਤਰਾਜ਼ਯੋਗ ਸ਼ਬਦ ਲਿਖਣੇ, ਇਹਦਾ ਅਸਲ ਵਿੱਚ ਮਕਸਦ ਕੀ ਆ? ਸਿੱਖ ਸੰਸਥਾਵਾਂ ਕੁਛ ਅਤੇ ਕੁਝ ਖਾਲਿਸਤਾਨ ਸਮਰਥਕ ਜਿਹੜੀਆਂ ਧਿਰਾਂ ਹੈਗੀਆਂ ਉਹਨਾਂ ਦਾ ਕਹਿਣਾ ਹੈਗਾ ਕਿ ਸਿੱਧਾ ਤੇ ਸਿੱਧਾ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਜਿਹੜੀਆਂ ਏਜੰਸੀਆਂ, ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਹੈਗੀ ਆ ਖਾਲਿਸਤਾਨ ਦੀ ਜਿਹੜੀ ਵਿਚਾਰਧਾਰਾ ਉਹਨੂੰ ਬਦਨਾਮ ਕਰਨ ਵਾਸਤੇ, ਸਿੱਖਾਂ ਦੇ ਫੇਸ ਨੂੰ ਡੀਫੇਮ ਕਰਨ ਵਾਸਤੇ ਇੱਦਾਂ ਦੀਆਂ ਘਟਨਾਵਾਂ ਜਾਣ ਬੁੱਝ ਕੇ ਕਰਵਾਈਆਂ ਜਾਂਦੀਆਂ, ਜਦੋਂ ਕਿ ਸਿੱਖਾਂ ਦਾ ਵਿਸ਼ਵਾਸ ਅਜਿਹੀਆਂ ਘਟਨਾਵਾਂ ਦੇ ਵਿੱਚ ਬਿਲਕੁਲ ਨਹੀਂ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਹਾਜ਼ਰ ਹਾਂ। ਕੈਨੇਡਾ ਦੇ ਵਿੱਚ ਜੋ ਅਹਿਮ ਦੋ ਘਟਨਾਵਾਂ ਵਾਪਰੀਆਂ ਹੈਗੀਆਂ ਨੇ ਸਾਡੇ ਭਾਈਚਾਰੇ ਨਾਲ ਸੰਬੰਧਿਤ, ਬਿਲਕੁਲ ਉਹਨਾਂ ਦੇ ਉੱਪਰ ਵਿਚਾਰ ਵਟਾਂਦਰਾ ਲੈ ਕੇ ਕਿ ਆਖਰ ਇਹਨਾਂ ਘਟਨਾਵਾਂ ਦਾ ਜਿਹੜਾ ਮਾਇਨਾ ਜਿਹੜਾ ਭਾਈਚਾਰੇ ਦੇ ਵਿੱਚ ਕੀ ਹੈਗਾ ਆ, ਇਹਨਾਂ ਨੂੰ ਕਿਸ ਐਂਗਲ ਤੋਂ ਦੇਖਿਆ ਜਾ ਸਕਦਾ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਦੀਆਂ ਪਰਤਾਂ ਹੋਰ ਖੁੱਲ੍ਹ ਸਕਦੀਆਂ। ਮੇਰਾ ਭਾਵ ਸੀਗਾ ਕੈਨੇਡਾ ਦੇ ਵਿੱਚ ਜਿਹੜਾ ਸਿੱਖ ਕਾਰੋਬਾਰੀ ਹੈਗੇ, ਬਹੁਤ ਚਰਚਾ ਚਿਹਰਾ ਰਹੇ ਆ ਰਵਿੰਦਰ ਸਿੰਘ ਮਲਕ, ਉਹਨਾਂ ਦਾ ਕਤਲ ਅਤੇ ਟੋਰਾਂਟੋ ਦੇ ਵਿੱਚ ਮਹਾਤਮਾ ਗਾਂਧੀ ਉਹਨਾਂ ਦਾ ਇੱਕ ਬੁੱਤ ਲੱਗਾ ਹੈਗਾ 1988 ਤੋਂ ਰਿਚਮੰਡ ਸ਼ਹਿਰ ਦੇ ਵਿੱਚ। ਹੋਰ ਰਿਚਮੰਡ ਹਿੱਲ ਸ਼ਹਿਰ ਦੇ ਵਿੱਚ ਉਸ ਬੁੱਤ ਦੇ ਉੱਪਰ ਕੁਝ ਸ਼ਬਦਾਵਲੀ ਲਿਖਣੀ ਤੇ ਖਾਸ ਤੌਰ ਤੇ ਖਾਲਿਸਤਾਨ ਸ਼ਬਦ ਲਿਖਣਾ, ਇਹਦੇ ਕੀ ਮਾਇਨੇ ਹੈਗੇ ਆ? ਇਹ ਦੋ ਮਸਲਿਆਂ ਦੇ ਉੱਪਰ ਵਿਚਾਰ ਵਟਾਂਦਰਾ ਆਪਾਂ 2 ਮਿੰਟ ਕਰਾਂਗੇ। ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਰਵਿੰਦਰ ਸਿੰਘ ਮਲਕ ਦੀ ਜੇ ਆਪਾਂ ਗੱਲ ਕਰੀਏ, ਕਾਫੀ ਵਿਵਾਦਤ ਤੇ ਚਰਚਿਤ ਚਿਹਰਾ ਬੜੇ ਸਾਲਾਂ ਤੋਂ ਰਹੇ, ਉਦੋਂ ਤੋਂ ਹੀ ਜਦੋਂ ਤੋਂ ਉਹਨਾਂ ਦਾ ਨਾਂ ਕਨਿਸ਼ਕ ਕਾਂਡ 1985 ਦੇ ਵਿੱਚ ਜਿਹੜਾ ਵਾਪਰਿਆ ਸੀ ਆਇਆ। ਇੱਕ ਹਿਰਦੇ ਘਟਨਾ ਸੀਗੀ। ਸਿੱਖ ਭਾਈਚਾਰੇ ਨੂੰ ਇੱਕ ਵੱਡਾ ਸੈਟਬੈਕ ਇਸ ਘਟਨਾ ਦੇ ਨਾਲ ਲੱਗਾ ਸੀਗਾ, ਕਿਉਂਕਿ ਲਾਇਆ ਗਿਆ ਸੀਗਾ ਇੱਕ ਸਮੇਂ ਮੈਂ ਕਹਾਂ ਕਿ ਉਸ ਟਾਈਮ ਦੇ ਉੱਪਰ ਮੇਰੇ ਮੁਤਾਬਕ ਕੈਨੇਡਾ ਦੇ ਵਿੱਚ ਇੱਕ 1984 ਦੇ ਕਤਲੇਆਮ ਤੋਂ ਬਾਅਦ ਇੱਕ ਖਾਸ ਕਿਸਮ ਦੀ ਜਿਹੜੀ ਸੀਗੀ ਸਿੰਪਥੈਟਿਕ ਵਿਊ ਜਿਹੜਾ ਸੀਗਾ ਸਾਰੇ ਸਿੱਖਾਂ ਦੇ ਵਿੱਚ ਮਨ ਵਿੱਚ ਸੀਗਾ, ਹਮਦਰਦੀ ਸੀਗੀ। ਈਵਨ ਜੇ ਮੈਂ ਕਹਾਂ ਕਿ ਦੂਜੇ ਭਾਈਚਾਰਿਆਂ ਦੇ ਵਿੱਚ ਸੀਗਾ। ਲੇਕਿਨ ਕਨਿਸ਼ਕ ਕਾਂਡ ਦਾ ਇੱਕ ਇੱਦਾਂ ਦਾ ਵਾਪਰਨਾ, ਦਰਦਨਾਕ ਘਟਨਾ ਦਾ ਵਾਪਰਨਾ ਕੋਈ ਅਹਿਮ ਸਾਜ਼ਿਸ਼ ਤੋਂ ਘੱਟ ਨਹੀਂ ਸੀਗਾ। ਸੋ ਉਸ ਇੱਕ ਅਹਿਮ ਘਟਨਾ ਦੇ ਨਾਲ ਰਵਿੰਦਰ ਸਿੰਘ ਮਲਕ ਦਾ ਨਾਂ ਜੁੜਿਆ ਰਿਹਾ। ਕੇਸ ਚੱਲਿਆ, ਬਹੁਤ ਲੰਬਾ ਸਮਾਂ ਕੇਸ ਚੱਲਿਆ, ਉਹ ਜੇਲ੍ਹ 'ਚ ਵੀ ਰਿਹਾ। ਲੇਕਿਨ ਉਹਦੇ ਵਿੱਚੋਂ ਉਸ ਕੇਸ ਦੇ ਵਿੱਚ 2005 ਦੇ ਵਿੱਚ ਰਵਿੰਦਰ ਸਿੰਘ ਮਲਕ ਤੇ ਕੁਝ ਹੋਰ ਲੋਕ ਉਹ ਬਰੀ ਹੋਏ। ਹੋਰ ਰੀਸੈਂਟ ਜਿਹੜੀ ਸੀਗਾ, ਜੇ ਮੈਂ ਗੱਲ ਕਰਨੀ ਚਾਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਛਪਾਈ ਦੇ ਮਾਮਲੇ ਦੇ ਵਿੱਚ ਵੀ ਰਵਿੰਦਰ ਸਿੰਘ ਮਲਕ ਦਾ ਨਾਂ ਆਇਆ ਸੀਗਾ। ਤੇ ਇਸ ਤੋਂ ਇਲਾਵਾ ਤੀਜੀ ਘਟਨਾ ਮੈਂ ਮੇਜਰ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹੈਗਾ ਆ ਕਿ ਆਖਰਕਾਰ ਜਿਹੜੇ ਸ਼ੰਕੇ ਸਿੱਖ ਕੌਮ ਨੂੰ ਹਮੇਸ਼ਾ ਰਹੇ ਸੀਗੇ, ਰਵਿੰਦਰ ਸਿੰਘ ਮਲਕ ਹੋਣਾ ਵੱਲੋਂ ਇੱਕ ਪੱਤਰ ਜਿਹੜੇ ਲਿਖੇ ਜਾਂਦੇ ਹੈਗੇ ਆ ਇੰਡੀਆ ਸਰਕਾਰ ਨੂੰ, ਭਾਜਪਾ ਸਰਕਾਰ ਦੀਆਂ ਸਿਫਤਾਂ ਕੀਤੀਆਂ ਜਾਂਦੀਆਂ ਲਗਾਤਾਰ। ਇਸ ਤੋਂ ਇਲਾਵਾ ਰੀਸੈਂਟ ਜਿਹੜੀਆਂ ਉਹਨਾਂ ਦੀਆਂ ਵਿਜ਼ਿਟ ਹੈਗੀਆਂ ਨੇ ਇੰਡੀਆ ਦੇ ਵਿੱਚ, ਕਿਉਂਕਿ ਇੰਨੇ ਵੱਡੇ ਨਾਂ ਆਉਣਾ ਉਹਦੇ ਵਿੱਚ, ਇੰਨੇ ਵੱਡੇ ਕਾਂਡ ਦੇ ਵਿੱਚ, ਔਰ ਇੱਕ ਕਿਸਮ ਦੇ ਨਾਲ ਜਿਹੜਾ ਉੱਥੋਂ ਦਾ ਮੀਡੀਆ ਹੈਗਾ ਆ ਇੰਡੀਆ ਦਾ, ਉਹਨੇ ਵੱਲੋਂ ਲਗਾਤਾਰ ਰਵਿੰਦਰ ਸਿੰਘ ਮਲਕ ਹੋਣਾ ਨੂੰ ਇੱਕ ਟੈਰਰਿਸਟ ਵੱਲੋਂ ਪੇਸ਼ ਕੀਤਾ ਜਾਣਾ ਲੰਬਾ ਸਮਾਂ। ਉਸ ਤੋਂ ਬਾਅਦ ਚੁੱਪ ਚਪੀਤੇ ਹੀ ਉਹਨਾਂ ਨੂੰ ਇੰਡੀਆ ਦੇ ਵਿੱਚ ਐਂਟਰੀਆਂ ਦੇਣੀਆਂ, ਉਹਨਾਂ ਦੇ ਨਾਲ ਮੁਲਾਕਾਤਾਂ ਹੋਣੀਆਂ ਅਤੇ ਰਵਿੰਦਰ ਸਿੰਘ ਮਲਕ ਹੋਣਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਸਰਕਾਰ ਦੀ ਸਿਫਤ ਕਰਨੀ। ਇੱਕ ਰੀਸੈਂਟ ਲੈਟਰ ਜਿਹੜਾ ਹੈਗਾ ਉਹਦੀ ਵੀ ਗੱਲ ਕੀਤੀ ਜਾ ਰਹੀ ਆ,
ਜਿਹੜਾ ਮਲਕ ਹੋਣਾ ਵੱਲੋਂ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਸੀਗੇ ਨਰਿੰਦਰ ਮੋਦੀ, ਉਹਨਾਂ ਨੂੰ ਪੱਤਰ ਲਿਖ ਕੇ ਇੱਕ ਕੰਸਰਨ ਜਤਾਏ ਗਏ ਸੀਗੇ ਕਿ ਸਾਡੇ ਭਾਈਚਾਰੇ ਦੇ ਲੋਕ ਭਟਕੇ ਹੋਏ ਆ, ਕੁਝ ਮੇਰੇ ਭਾਈਚਾਰੇ ਦੇ ਲੋਕ ਭਟਕੇ ਹੋਏ ਆ, ਉਹ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦਾ ਵਿਰੋਧ ਜਿਹੜਾ ਉਹ ਗਲਤ ਪੱਧਰ ਤੇ ਕਰ ਰਹੇ ਹੈਗੇ ਆ। ਸੋ ਇਦਾਂ ਦੀਆਂ ਗੱਲਾਂ ਸਾਹਮਣੇ ਇਹ ਆਈਆਂ ਸੀਗੀਆਂ, ਜਿਹੜੇ ਵਿਵਾਦ ਇਹ ਤਾਜ਼ਾ ਵਿਵਾਦ ਹੈਗੇ ਆ, ਜਿਸ ਤੋਂ ਇਹ ਲੱਗਦਾ ਸੀਗਾ ਕਿਤੇ ਨਾ ਕਿਤੇ ਉਹਨਾਂ ਦਾ ਹੁਣ ਪੂਰਾ ਸੌਫਟ ਕਾਰਨਰ ਜਿਹੜਾ ਹੈਗਾ ਉਹ ਸਾਹਮਣੇ ਆ ਚੁੱਕਾ ਸੀਗਾ ਭਾਰਤ ਸਰਕਾਰ ਪ੍ਰਤੀ। ਹਾਲਾਂਕਿ ਇਹ ਸਾਰੀਆਂ ਗੱਲਾਂ ਜਾਂਚ ਦਾ ਵਿਸ਼ਾ ਹੈਗਾ, ਅਸੀਂ ਪੱਖ ਸਪਸ਼ਟ ਤੌਰ ਤੇ ਇਹ ਕਲੀਅਰ ਤੌਰ ਤੇ ਫੈਸਲਾ ਨਹੀਂ ਦੇ ਸਕਦੇ, ਇੱਕ ਅਹਿਮ ਮਸਲੇ ਹੈਗੇ ਆ। ਲੇਕਿਨ ਇਹਦੇ ਵਿੱਚ ਮੈਂ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਕਿ ਰਬਦਮਨ ਸਿੰਘ ਮਲਕ ਹੋਣਾ ਦਾ ਲਗਾਤਾਰ ਕਨਿਸ਼ਕ ਕਾਂਡ ਦੇ ਨਾਲ ਜੁੜਿਆ ਰਹਿਣਾ, ਫਿਰ ਬਰੀ ਹੋ ਜਾਣਾ, ਉਸ ਤੋਂ ਬਾਅਦ ਅਚਾਨਕ ਕਈ ਸਾਲਾਂ ਬਾਅਦ ਭਾਰਤ ਸਰਕਾਰ ਦੇ ਨਾਲ ਨੇੜਤਾ ਜ਼ਾਹਰ ਹੋਣੀ, ਇੰਨੀ ਵੱਡੀ ਨੇੜਤਾ ਜ਼ਾਹਰ ਹੋਣੀ ਕਿ ਸਾਰੇ ਲੋਕਾਂ ਦਾ ਉਹਦੇ ਪ੍ਰਤੀ ਹੈਰਾਨਗੀ ਹੋਣੀ। ਇਸ ਤੋਂ ਇਲਾਵਾ ਹੁਣ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਦੇ ਵਿੱਚ ਸਰੂਪ ਦੇ ਜਿਹੜੀ ਛਪਾਈ ਦੇ ਮਾਮਲੇ 'ਚ ਗਲਤ ਛਪਾਈ ਅਨਅਧਿਕਾਰਤ ਤੌਰ ਦੇ ਉੱਤੇ, ਤੇ ਕਿਸੇ ਨੂੰ ਆਪਾਂ ਬੇਅਦਬੀ ਇਹਨੂੰ ਕਵਾਂਗੇ, ਉਹਦੇ ਵਿੱਚ ਉਹਨਾਂ ਦਾ ਨਾਂ ਆਉਣਾ ਅਤੇ ਲਗਾਤਾਰ ਉਹਦੇ ਉੱਪਰ ਵਿਵਾਦ ਚੱਲਣਾ, ਇੱਕ ਵਿਵਾਦਪੂਰਨ ਜਿਹੜਾ ਸੀਗਾ ਉਹ ਸ਼ਖਸੀਅਤ ਇੱਥੇ ਰਹੇ ਹੈਗੇ ਕੈਨੇਡਾ ਦੇ ਵਿੱਚ। ਖੀਰਲੇ ਦਿਨਾਂ ਦੇ ਵਿੱਚ ਹੁਣ ਆ ਕੇ ਸਾਲਾਂ ਦੇ ਵਿੱਚ ਇਹ ਗੱਲ ਜ਼ਰੂਰ ਸਪਸ਼ਟ ਸਾਹਮਣੇ ਆਈ ਸੀ ਕਿ ਇੱਕ ਨੇੜਤਾ ਭਾਰਤ ਸਰਕਾਰ ਦੇ ਨਾਲ ਸਪਸ਼ਟ ਤੌਰ ਤੇ ਸਾਹਮਣੇ ਜਿਹੜੀ ਸੀਗੀ ਉਹ ਆਈ ਸੀਗੀ, ਜਿਹੜੀ ਸਭਨਾਂ ਦੇ ਨੋਟਿਸ ਵਿੱਚ ਆਇਆ। ਸੋ ਇਹ ਅਹਿਮ ਗੱਲਾਂ ਹੈਗੀਆਂ ਨੇ। ਹੁਣ ਜਿਹੜਾ ਪੁਲਿਸ ਨੇ ਜਿਹੜੀ ਬਕਾਇਦਾ ਜਿਹੜੀ ਕੈਨੇਡਾ ਦੀ ਪੁਲਿਸ ਹੈਗੀ RCMP ਜਾਂ ਇਨਵੈਸਟੀਗੇਸ਼ਨ ਏਜੰਸੀਆਂ ਹੈਗੀਆਂ ਨੇ, ਉਹਨਾਂ ਨੇ ਜਾਂਚ ਜਿਹੜੀ ਸ਼ੁਰੂ ਕੀਤੀ ਆ। ਕਿਸ ਪਾਸੇ ਜਾਂਚ ਜਾਂਦੀ ਆ, ਕਿਉਂਕਿ ਭਾਰਤ ਦਾ ਇੱਕ ਹਿੱਸਾ ਜਿਹੜਾ ਹੈਗਾ ਵੱਡਾ, ਉਹ ਇਸ ਨੂੰ ਇੱਕ ਕੈਟਾਗਰੀ ਦੇ ਵਿੱਚ ਦਰਸਾਉਣਾ ਚਾਹ ਰਿਹਾ ਹੈਗਾ ਇਸ ਕਤਲ ਨੂੰ, ਕਿ ਜਿਹੜੇ ਰਬਦਮਨ ਸਿੰਘ ਮਲਕ ਸੀਗੇ ਉਹਨਾਂ ਨੇ ਭਾਰਤ ਸਰਕਾਰ ਪ੍ਰਤੀ ਆਪਣਾ ਰੁਖ ਜਿਹੜਾ ਸੀਗਾ ਹੁਣ ਬਹੁਤ ਨਰਮ ਸੀਗਾ ਉਹਨਾਂ ਦਾ, ਉਹਨਾਂ ਨੇ ਸਿਫਤਾਂ ਕੀਤੀਆਂ ਸੀਗੀਆਂ ਭਾਰਤ ਦੇ ਪ੍ਰਧਾਨ ਮੰਤਰੀ ਦੀਆਂ, ਇੱਕ ਝੁਕਾਅ ਦੱਸਿਆ ਜਾ ਰਿਹਾ ਸੀਗਾ, ਤੇ ਇਸ ਝੁਕਾਅ ਨੂੰ ਸ਼ਾਇਦ ਇੱਕ ਜਿਹੜੀ ਧਿਰ ਸੀਗੀ ਉਹਨੂੰ ਪਸੰਦ ਨਹੀਂ ਸੀ ਕਰਦੀ, ਇਸ ਕਰਕੇ ਕਤਲ ਹੋਇਆ। ਲੇਕਿਨ ਇੱਕ ਪੱਖ ਆਪਾਂ ਇਹ ਵੀ ਜ਼ਾਹਰ ਕਰਦੇ ਹਾਂ ਕਿ ਕਈ ਵਾਰ ਹਾਲਾਂਕਿ ਇਹ ਗੱਲਾਂ ਦਾਅਵੇ ਨੇ ਨਹੀਂ ਕੀਤੀਆਂ ਜਾ ਸਕਦੀਆਂ, ਲੇਕਿਨ ਸ਼ੰਕਾ ਖਦਸ਼ੇ ਹਮੇਸ਼ਾ ਬਣੇ ਰਹਿੰਦੇ ਆ ਕਿ ਆਖਿਰਕਾਰ ਰਬਦਮਨ ਸਿੰਘ ਮਲਕ ਜਿਹੜਾ ਸੀਗਾ ਉਹਨਾਂ ਦੀ ਇੰਨੀ ਭਾਰਤ ਸਰਕਾਰ ਨਾਲ ਨੇੜਤਾ ਕਿਸ ਪੱਧਰ ਤੇ ਹੋਈ, ਜਦੋਂ ਛੋਟੀਆਂ ਮੋਟੀਆਂ ਘਟਨਾਵਾਂ ਦੇ ਵਿੱਚ ਸਿੱਖਾਂ ਦਾ ਨਾਂ ਹਮੇਸ਼ਾ ਬਲੈਕਲਿਸਟ ਅਜੇ ਵੀ ਹੈਗਾ ਆ। ਸੋ ਇੰਨੀ ਵੱਡੀ ਘਟਨਾ ਦੇ ਨਾਲ ਜੁੜੇ ਰਹਿਣ ਦੇ ਵਾਲੇ ਬੰਦੇ ਨੂੰ ਕਲੀਨ ਚਿੱਟ ਦੇ ਕੇ ਇੰਡੀਆ ਦੀਆਂ ਐਂਟਰੀਆਂ ਹੋਣੀਆਂ ਕਈ ਸਵਾਲ ਖੜੇ ਕਰਦੀਆਂ ਹੈਗੀਆਂ। ਉਸ ਤੋਂ ਬਾਅਦ ਹੁਣ ਕਤਲ ਹੋਣਾ ਇਹ ਵੀ ਜ਼ਾਹਰ ਕਰਦਾ ਹੈਗਾ ਕਿ ਕਿਤੇ ਨਾ ਕਿਤੇ ਬਹੁਤ ਵੱਡੇ ਜਿਹੜੇ ਰਾਜ ਹੈਗੇ ਆ ਉਹਨਾਂ ਕੋਲ ਆਉਣ ਵਾਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਵਰਤੇ ਵੀ ਹੋ ਸਕਦੇ ਸੀਗੇ। ਸੋ ਅਜੇ ਆਪਾਂ ਇਹਨਾਂ ਗੱਲਾਂ ਦੇ ਉੱਪਰ ਜ਼ਿਆਦਾ ਟਿੱਪਣੀਆਂ ਨਹੀਂ ਕਰ ਸਕਦੇ। ਇਹ ਜ਼ਰੂਰ ਇਹ ਕੰਮ ਇਨਵੈਸਟੀਗੇਸ਼ਨ ਏਜੰਸੀ ਦਾ ਹੈਗਾ ਕੈਨੇਡਾ ਦੀ ਆ ਕਿ ਉਹਨੇ ਕੀ ਇਨਵੈਸਟੀਗੇਟ ਕਰਨਾ ਹੈਗਾ, ਕਿਸ ਪਾਸੇ ਨੂੰ ਜਾਂਚ ਜਾਂਦੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਕੈਨੇਡਾ ਦੀ ਇਨਵੈਸਟੀਗੇਸ਼ਨ ਏਜੰਸੀ ਹੈਗੀ ਆ ਉਹ ਨਿਰਪੱਖ ਅਤੇ ਉਸਾਰੂ ਜਾਂਚ ਜਿਹੜੀ ਆ ਕਰੂਗੀ ਇਹਦੇ ਵਿੱਚ, ਤੇ ਜਿਹੜੀਆਂ ਵੀ ਧਿਰਾਂ ਇਹਦੇ ਮਗਰ ਸ਼ਾਮਲ ਹੈਗੀਆਂ ਉਹ ਸਾਹਮਣੇ ਆਉਣੀਆਂ ਚਾਹੀਦੀਆਂ। ਕਨਿਸ਼ਕ ਕਾਂਡ ਵਾਂਗ ਨਾ ਹੋਵੇ ਕਿ ਬਹੁਤ ਸਾਰੇ ਪੱਖ ਜਿਹੜੇ ਹੈਗੇ ਆ ਉਹਨਾਂ ਨੂੰ ਛੂਹਿਆ ਹੀ ਨਾ ਜਾਵੇ। ਦੂਜੀ ਅਹਿਮ ਘਟਨਾ ਇੱਥੋਂ ਦੀ ਅੰਟਾਰੀਓ ਦੇ ਰਿਚਮੰਡ ਹਿੱਲ ਸ਼ਹਿਰ ਦੇ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਦੇ ਉੱਪਰ ਕੁਝ ਇਤਰਾਜ਼ਯੋਗ ਸ਼ਬਦ ਲਿਖਣੇ ਅਤੇ ਇਹ ਘਟਨਾ ਨੂੰ ਇੱਕ ਖਾਲਿਸਤਾਨ ਦੇ ਸੰਦਰਭ ਦੇ ਵਿੱਚ ਦੇਖਿਆ ਜਾਣਾ ਜਾਂ ਖਾਲਿਸਤਾਨ ਸ਼ਬਦ ਉੱਥੇ ਲਿਖਿਆ ਜਾਣਾ, ਇਹਦਾ ਅਸਲ ਵਿੱਚ ਮਕਸਦ ਕੀ ਆ। ਮੈਂ ਘਟਨਾ ਦੇ ਬਾਰੇ ਤੁਹਾਨੂੰ ਜਿੱਦਾਂ ਦੱਸਿਆ ਹੈਗਾ ਕਿ ਇਹ ਘਟਨਾ ਵਾਪਰੀ ਆ, ਲੇਕਿਨ ਉਸ ਤੋਂ ਤੁਰੰਤ ਬਾਅਦ ਜਿਹੜਾ ਇੰਡੀਅਨ ਕੌਂਸਲੇਟ ਆ ਉਹਦਾ ਬੜਾ ਸਖਤ ਪ੍ਰਤੀਕਰਮ ਆਇਆ। ਉਹਦੇ ਵੱਲੋਂ ਇੰਡੀਅਨ ਕੌਂਸਲੇਟ ਵੱਲੋਂ ਬਕਾਇਦਾ ਪ੍ਰੈਸ ਨੋਟ ਜਾਰੀ ਕਰਕੇ, ਪ੍ਰੈਸ ਰਿਲੀਜ਼ ਕਰਕੇ, ਤੇ ਇੱਕ ਆਥੋਰਾਈਜ਼ ਜਿਹੜੇ ਲੀਗਲ ਲੈਟਰ ਲਿਖਿਆ ਗਿਆ ਬਕਾਇਦਾ ਕੈਨੇਡੀਅਨ ਅਧਿਕਾਰੀਆਂ ਨੂੰ, ਇਹਦੇ ਉੱਤੇ ਇਤਰਾਜ਼ ਜਤਾਇਆ ਗਿਆ ਸਖਤ ਕਿ ਜਿਹੜਾ ਇਹ ਕਾਰਵਾਈ ਹੈਗੀ ਆ, ਹੇਠ ਕਾਰਵਾਈ ਹੈਗੀ ਆ, ਇੱਕ ਭਾਰਤੀ ਭਾਈਚਾਰੇ ਨੂੰ ਡਰਾਉਣ ਦੀ ਕਾਰਵਾਈ ਹੈਗੀ ਆ। ਦੂਜੇ ਪਾਸੇ ਜਿਹੜੀਆਂ ਸਿੱਖ ਸੰਸਥਾਵਾਂ ਕੁਛ ਅਤੇ ਕੁਝ ਖਾਲਿਸਤਾਨ ਸਮਰਥਕ ਜਿਹੜੀਆਂ ਧਿਰਾਂ ਹੈਗੀਆਂ ਉਹਨਾਂ ਦਾ ਕਹਿਣਾ ਹੈਗਾ ਕਿ ਸਿੱਧਾ ਅਜਿਹੀਆਂ ਘਿਨਾਉਣੀਆਂ ਕਾਰਵਾਈਆਂ ਜਿਹੜੀਆਂ ਏਜੰਸੀਆਂ, ਭਾਰਤੀ ਏਜੰਸੀਆਂ ਦੀ ਸਾਜ਼ਿਸ਼ ਹੈਗੀ ਆ ਖਾਲਿਸਤਾਨ ਦੀ ਜਿਹੜੀ ਵਿਚਾਰਧਾਰਾ ਉਹਨੂੰ ਬਦਨਾਮ ਕਰਨ ਵਾਸਤੇ, ਸਿੱਖਾਂ ਦੇ ਫੇਸ ਨੂੰ ਡੀਫੇਮ ਕਰਨ ਵਾਸਤੇ। ਇੱਕ ਕਿਸਮ ਦੇ ਨਾਲ ਮੈਂ ਕਵਾਂਗਾ ਉਹਨਾਂ ਦਾ ਇਹ ਦਾਅਵਾ ਹੈਗਾ ਕਿ ਇੱਦਾਂ ਦੀਆਂ ਘਟਨਾਵਾਂ ਜਾਣ ਬੁੱਝ ਕੇ ਕਰਵਾਈਆਂ ਜਾਂਦੀਆਂ ਜਦੋਂ ਕਿ ਸਿੱਖਾਂ ਦਾ ਵਿਸ਼ਵਾਸ ਅਜਿਹੀਆਂ ਘਟਨਾਵਾਂ ਦੇ ਵਿੱਚ
ਬਿਲਕੁਲ ਨਹੀਂ ਹੈਗਾ ਕਿ ਕਿਸੇ ਬੁੱਤ ਤੇ ਜਾ ਕੇ ਇਦਾਂ ਉਹਦੀ ਬੇਅਦਬੀ ਕੀਤੀ ਜਾਵੇ ਜਾਂ ਉਹ ਬੁੱਤ ਦੇ ਉੱਪਰ ਇਦਾਂ ਦੀ ਸ਼ਬਦਾਵਲੀ ਲਿਖੀ ਜਾਵੇ। ਸਿੱਖੀ ਵਿਚਾਰਧਾਰਾ ਦੇ ਵਿੱਚ ਇਦਾਂ ਦੀ ਗੱਲ ਕਦੇ ਵੀ ਨਹੀਂ ਹੈਗੀ। ਸੋ ਬਹੁਤ ਸਾਰੇ ਬੁੱਤ ਜਿਹੜੇ ਹੈਗੇ ਆ ਪੰਜਾਬ ਦੇ ਵਿੱਚ ਵੀ ਲੱਗੇ ਹੋਏ ਆ, ਬਹੁਤ ਸਾਰੇ ਬੁੱਤ ਮਹਾਤਮਾ ਗਾਂਧੀ ਦੇ ਹੋਰ ਥਾਵਾਂ ਤੇ ਲੱਗੇ ਆ। ਕਦੀ ਸਪਸ਼ਟ ਤੌਰ ਤੇ ਇਦਾਂ ਦੀ ਗੱਲ ਸਿੱਖਾਂ ਵੱਲੋਂ ਨਹੀਂ ਆਈ ਕਿ ਉਹਨਾਂ ਨੇ ਨੁਕਸਾਨ ਪਹੁੰਚਾਵੇ। ਹਾਲਾਂਕਿ ਹਾਲੇ ਤੌਰ ਤੇ ਕਿਸੇ ਨੇ ਵੀ ਇਹ ਦੋਸ਼ ਸਿੱਧਾ ਤੌਰ ਤੇ ਨਹੀਂ ਲਾਇਆ ਕਿ ਇਹ ਕੰਮ ਕਿਸੇ ਸਿੱਖ ਕਮਿਊਨਿਟੀ ਵੱਲੋਂ ਕੀਤਾ ਗਿਆ ਹੋਵੇ, ਲੇਕਿਨ ਖਾਲਿਸਤਾਨ ਸ਼ਬਦ ਦਾ ਉੱਥੇ ਲਿਖਿਆ ਜਾਣਾ ਅਹਿਮ ਇੱਕ ਕੜੀ ਹੈਗਾ ਇਹਦੇ ਵਿੱਚ ਕਿ ਕਿਸੇ ਨਾ ਕਿਤੇ ਇਸ ਨੂੰ ਕੈਟਾਗਰੀ ਵਿੱਚ ਰੱਖਣ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਪੁਲਿਸ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈਗੀ ਆ ਉਹਦੇ ਵੱਲੋਂ ਹੁਣ ਜਿਹੜਾ ਰੀਸੈਂਟਲੀ ਬਿਆਨ ਆਇਆ, ਉਹਨਾਂ ਨੇ ਇਹਨੂੰ ਹੇਟ ਕ੍ਰਾਈਮ ਜਿਹੜਾ ਦੱਸਿਆ ਹੈਗਾ ਆ, ਔਰ ਇਹ ਵੀ ਕਿਹਾ ਹੈਗਾ ਕਿ ਇਹੋ ਜਿਹੀ ਘਟਨਾਵਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ। ਸਾਡਾ ਵੀ ਇਹ ਮੰਨਣਾ ਹੈਗਾ ਕਿ ਐਟ ਲੀਸਟ ਜਿਹੜੀਆਂ ਅਜਿਹੀਆਂ ਘਟਨਾਵਾਂ ਉਹਨਾਂ ਦਾ ਸੱਚ ਸਾਹਮਣੇ ਆਉਣਾ ਚਾਹੀਦਾ ਕਿ ਆਖਰਕਾਰ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਕਿਉਂ ਆ, ਉਹਨਾਂ ਨੂੰ ਅੰਜਾਮ ਦਿੱਤਾ ਜਾਂਦਾ ਜਾਂ ਇਹੋ ਜਿਹੀਆਂ ਘਟਨਾਵਾਂ ਨੂੰ ਅੰਜਾਮ ਦਿਵਾਇਆ ਜਾਂਦਾ, ਉਹਦੇ ਪਿੱਛੇ ਪਰਪਸ ਕੀ ਹੈਗਾ ਆ। ਸੋ ਕਿਤੇ ਨਾ ਕਿਤੇ ਦੋਵੇਂ ਭਾਈਚਾਰਿਆਂ ਦਾ ਇੱਕ ਜਿਹੜਾ ਇਹਦੇ ਵਿੱਚ ਟਕਰਾਅ ਸਾਹਮਣੇ ਆਉਂਦਾ, ਦਾਅਵੇ ਸਾਹਮਣੇ ਆਉਂਦੇ ਆ। ਸੱਚਾਈ ਕੀ ਹੈਗੀ ਆ ਉਹ ਕੈਨੇਡਾ ਦੀ ਇਨਵੈਸਟੀਗੇਸ਼ਨ ਏਜੰਸੀ ਨੇ ਜਾਂਚ ਕਰਕੇ ਸਾਹਮਣੇ ਲਿਆਉਣੀ ਆ। ਸਾਨੂੰ ਪੂਰਾ ਭਰੋਸਾ ਹੈਗਾ ਕਿ ਇੱਥੋਂ ਦੀ ਜਿਹੜੀ ਇਨਵੈਸਟੀਗੇਸ਼ਨ ਏਜੰਸੀ ਹੈਗੀ ਆ ਨਿਰਪੱਖ ਤੇ ਅਸਾਰੂ ਇਸ ਮਾਮਲੇ ਦੀ ਜਾਂਚ ਕਰਕੇ ਸੱਚ ਸਾਹਮਣੇ ਲੈ ਕੇ ਆਊਗੀ। ਸੋ ਇਹ ਦੋ ਘਟਨਾਵਾਂ ਅਹਿਮ ਜਿਹੜੀਆਂ ਹੈਗੀਆਂ। ਫਿਰ ਵੀ ਮੈਂ ਕਹੂੰਗਾ ਕਿ ਜਿਹੜੇ ਸਾਰੇ ਭਾਈਚਾਰੇ ਇੱਥੇ ਰਹਿ ਰਹੇ ਹੈਗੇ ਇੰਡੀਆ ਮੂਲ ਦੇ, ਉਹਨਾਂ ਨੂੰ ਪਿਆਰ ਇਤਫਾਕ ਦੇ ਨਾਲ ਰਹਿਣਾ ਚਾਹੀਦਾ, ਏਕਤਾ ਦੇ ਨਾਲ ਜ਼ਰੂਰ ਰਹਿਣਾ ਚਾਹੀਦਾ। ਇੱਕ ਦੂਜੇ ਪ੍ਰਤੀ ਸ਼ੰਕੇ ਨਿਰਮੂਲ ਨਹੀਂ ਰੱਖਣੇ ਚਾਹੀਦੇ। ਸੱਚ ਨੂੰ ਇਨਵੈਸਟੀਗੇਸ਼ਨ ਏਜੰਸੀ ਨੂੰ ਸਾਹਮਣੇ ਆਪਣੀ ਰਿਪੋਰਟ ਤੱਕ ਉਹਨਾਂ ਨੂੰ ਇੰਤਜ਼ਾਰ ਕਰਨਾ ਚਾਹੀਦਾ ਤੇ ਉਸ ਰਿਪੋਰਟ ਨੂੰ ਮੰਨਣਾ ਚਾਹੀਦਾ। ਸੋ ਫਿਲਹਾਲ ਇਹਨਾਂ ਦੋ ਘਟਨਾਵਾਂ ਤੇ ਆਪਾਂ ਵਿਚਾਰ ਕੀਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫਿਰ ਹਾਜ਼ਰ ਹੋਵਾਂਗੇ। ਫਤਿਹ ਵਜਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।